Like the video, subscribe to the channel and press the bell icon for latest video updates. ਲੀਡਰਾਂ ਨੂੰ ਕਿ ਤੁਸੀਂ ਭਾਈ ਜਿੱਤ ਲਈ ਇਹ ਸਟਰਗਲ ਜਦ ਸੁਪਰੀਮ ਕੋਰਟ ਨੇ ਕਹਿਤਾ ਕਿ 1.5 ਸਾਲ ਵਾਸਤੇ ਇਹਨੂੰ ਅਸੀਂ ਨਹੀਂ ਇੰਪਲੀਮੈਂਟ ਹੋਵੇਗੀ ਤੇ ਸਰਕਾਰ ਹਾਰ ਗਈ, ਤੁਸੀਂ ਜਿੱਤ ਗਏ। ਨੰਬਰ 2 ਦੇ ਉੱਪਰ ਜੇ ਹੁਣ ਅੱਗੇ ਵੀ ਕੋਈ ਖਦਸ਼ਾ ਹੈ 1.5 ਸਾਲ ਤੋਂ ਬਾਅਦ ਵੀ ਅੱਗੇ ਵੀ ਇਹ ਪੋਸਟਪੋਨ ਹੋ ਜਾਣੀ ਆ, ਕਿਉਂਕਿ ਅੱਗੇ ਯੂਪੀ ਤੇ ਮੱਧ ਪ੍ਰਦੇਸ਼ ਦੀਆਂ ਚੋਣਾਂ ਆ ਰਹੀਆਂ ਹੈਗੀਆਂ ਆ ਤੇ ਉਸ ਤੋਂ ਬਾਅਦ ਵੀ ਇਹ ਪੈਂਡਿੰਗ ਪਈ ਜਾਣੀ ਹੈਗੀ ਆ। ਸੋ ਤੁਸੀਂ ਕਿਉਂ ਇਹਨਾਂ ਆਪਣੇ ਆਪ ਦੇ ਪੈਰਾਂ ਤੇ ਕੁਹਾੜਾ ਮਾਰ ਰਹੇ ਹੋ? ਸਰਕਾਰ ਹਾਰ ਗਈ ਆ ਇਸ ਬਿੱਲ ਦੇ ਉੱਪਰ ਕਿਉਂਕਿ ਜਦ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋਣੀ। ਸੈਕੰਡਲੀ ਬਹੁਤ ਸਾਰੀਆਂ ਸਕੀਮਾਂ ਕੇਂਦਰ ਦੀਆਂ ਸੂਬਿਆਂ ਨੇ ਨਹੀਂ ਇੰਪਲੀਮੈਂਟ ਕੀਤੀਆਂ। ਪੰਜਾਬ ਨੇ ਨਹੀਂ ਕੀਤੀਆਂ, ਬੰਗਾਲ ਨੇ ਨਹੀਂ ਕੀਤੀਆਂ, ਕੇਰਲਾ ਨੇ ਨਹੀਂ ਕੀਤੀਆਂ ਕਿ ਵੀ ਤੁਸੀਂ ਨਾ ਕਰੋ। ਤੁਹਾਨੂੰ ਕੌਣ ਆਖ ਰਿਹਾ ਕਿ ਕੰਟੈਕਟ ਫਾਰਮਿੰਗ ਕਰੋ? ਨਾ ਕਰੋ ਹੈ। ਲੇਕਿਨ ਇਤਨਾ ਆਪਣੇ ਪੈਰੀਂ ਕੁਹਾੜਾ ਮਾਰ ਕੇ ਪੰਜਾਬ ਦੀ ਆਰਥਿਕਤਾ ਨੂੰ ਕਿਉਂ ਬਰਬਾਦ ਕਰ ਰਹੇ ਹੋ? ਡਾਕਟਰ JS ਦੋਸਾਂਝ ਜੀ, ਅੱਜ ਅਸੀਂ ਪਰਟੀਕੁਲਰਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੱਲ੍ਹ ਰਾਜ ਸਭਾ ਵਿੱਚ ਸੰਬੋਧਨ ਕੀਤਾ। ਉਹਨਾਂ ਨੇ ਬੜੀ ਡਿਟੇਲ ਵਿੱਚ ਕਿਸਾਨੀ ਮੁੱਦੇ ਦੀ ਗੱਲ ਕੀਤੀ, ਹੋਰਨਾਂ ਦੀ ਵੀ ਗੱਲ ਕੀਤੀ, ਪਰ ਅਸੀਂ ਖਾਸ ਤੌਰ 'ਤੇ ਕਿਸਾਨੀ ਮੁੱਦੇ ਨਾਲ ਗੱਲਬਾਤ ਕਰਾਂਗੇ। ਦਰਸ਼ਕੋ, ਡਾਕਟਰ ਜਸਵੀਰ ਸਿੰਘ ਦੋਸਾਂਝ ਤੁਹਾਨੂੰ ਪਤਾ ਹੈਗਾ ਬੜੇ ਰਿਨਾਊਂਡ ਸਕਿਨ ਸਪੈਸ਼ਲਿਸਟ ਹੈਗੇ ਆ। ਇਹਨਾਂ ਨਾਲ ਅਸੀਂ ਵੱਖ-ਵੱਖ ਮੁੱਦਿਆਂ 'ਤੇ ਕੁਝ ਐਪੀਸੋਡ ਕਰ ਚੁੱਕੇ ਹੈਗੇ। ਕੀ ਪ੍ਰਧਾਨ ਮੰਤਰੀ ਦੀ ਮਨਸ਼ਾ ਲੱਗਦੀ ਸੀ ਤੁਹਾਨੂੰ ਉਹਨਾਂ ਦੇ ਭਾਸ਼ਣ ਤੋਂ? प्यारे दर्शकों, सब तो पहला आप सबके भीतर स्वयं प्रकाशमान ज्योत को मेरा प्रणाम। ਥੈਂਕ ਯੂ। भारत साहब, जे मैं मन की गल कहा तो मैं चाहांगा कि असी कोई भी प्रोजेक्ट, कोई भी कर्म, कोई भी विषय के उपर कोई डिस्कशन ਜਾਂ ਕੁਛ ਵੀ ਜਦੋਂ ਕਰਨ ਚੱਲਦੇ ਆ ਜੀ ਤਾਂ ਸਭ ਤੋਂ ਪਹਿਲਾਂ ਮੇਰੇ ਮਨ 'ਚ ਇਹ ਹੁੰਦਾ ਹੈਗਾ ਕਿ ਮਨੁੱਖ ਦੀ ਸਹਿਜਤਾ ਬਹੁਤ ਜ਼ਰੂਰੀ ਆ। ਮਨੁੱਖ ਦਾ ਸਪੌਂਟੇਨੀਅਸ ਹੋਣਾ ਬਹੁਤ ਜ਼ਰੂਰੀ ਆ ਜੀ, ਕਿਉਂਕਿ ਜੋ ਸਹਿਜਤਾ ਦੇ ਵਿੱਚੋਂ ਗੱਲ ਨਿਕਲਣੀ ਆ ਹਾਂਜੀ, ਉਹ ਆਤਮਾ ਤੋਂ ਗੱਲ ਨਿਕਲਣੀ ਆ। ਬਿਲਕੁਲ ਠੀਕ ਆ। ਬਾਕੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਬਣੀਆਂ ਬਣਾਈਆਂ ਧਾਰਨਾਵਾਂ ਵਿੱਚੋਂ ਨਿਕਲਦੀਆਂ, ਹਾਂਜੀ ਬਾਹਰ ਨੁਕਤਾ ਵਿੱਚੋਂ ਨਿਕਲਦੀਆਂ। ਹਾਂਜੀ ਲੇਕਿਨ ਕੋਈ ਵੀ ਡਿਸਕਸ਼ਨ ਕਰਨ ਵੇਲੇ ਜਾਂ ਕੋਈ ਵੀ ਕਰਮ ਕਰਨ ਵੇਲੇ ਅਗਰ ਮਨੁੱਖ ਸਪੌਂਟੇਨੀਅਸ ਹੋ ਜਾਵੇ ਤਾਂ ਉਸ ਕਰਨ ਦਾ ਜੋ ਮਜ਼ਾ ਹੈ, ਜੋ ਨਸ਼ਾ ਹੈ, ਜੋ ਉਹਦੀ ਡਿਵੈਲਪਮੈਂਟ ਹੈ ਜਾਂ ਉਹਦੀ ਆਊਟਪੁੱਟ ਹੈ ਉਹ ਗੋਲਡਨ ਹੋ ਜਾਏਗੀ, ਸੋਨਾ ਹੋ ਜਾਏਗੀ। ਜੀ ਜੀ ਚਲੋ ਅੱਜ ਤਾਂ ਨਾ ਸੀ, ਆਪਾਂ ਫਿਰ ਇੱਕ ਵੱਖਰੇ ਇਸ ਵਿਸ਼ੇ ਉੱਪਰ ਗੱਲ ਕਰਾਂਗੇ ਹਾਂਜੀ। ਕਿ ਇਹੋ ਜਿਹੀ ਸਪੌਂਟੇਨਿਟੀ, ਇਹੋ ਜਿਹੀ ਸਹਿਜਤਾ ਪ੍ਰਾਪਤ ਕਰਨ ਵਾਸਤੇ ਕੀ ਕੀਤਾ ਜਾਵੇ। ਹਾਂ, ਨਹੀਂ ਉਹ ਸੈਪਰੇਟ ਐਪੀਸੋਡ ਕਰਾਂਗੇ। ਹਾਂਜੀ ਪਰ ਮੈਂ ਥੋੜਾ ਮੈਂਸ਼ਨ ਕਰ ਦਿੰਦਾ ਹਾਂਜੀ ਕਿ ਸਾਡੇ ਭਾਰਤੀ ਦਰਸ਼ਨ ਵਿੱਚ ਇੱਕ ਬਹੁਤ ਹੀ ਮਹਾਨ ਗ੍ਰੰਥ ਹੈ। ਹਾਂਜੀ ਉਸ ਗ੍ਰੰਥ ਦਾ ਨਾਮ ਹੈ ਵਿਗਿਆਨ ਵੈਰਵ ਤੰਤਰ। ਹਾਂਜੀ। ਉਹ ਭਗਵਾਨ ਸ਼ਿਵ ਐਂਡ ਸ਼ਕਤੀ ਦੇ ਵਿਚਕਾਰ ਇੱਕ ਡਾਇਲੌਗ ਹੈ। ਅੱਛਾ ਜੀ। ਉਹਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਮੈਡੀਟੇਸ਼ਨ ਹੈ, ਹਾਂਜੀ ਵਿਗਿਆਨ ਵੈਰਵ ਤੰਤਰ 112 ਮੈਡੀਟੇਸ਼ਨ ਦੀਆਂ ਜੋ ਟੈਕਨੀਕਸ ਨੇ ਹਾਂਜੀ ਉਹਨਾਂ ਦੇ ਉੱਪਰ ਵਿਆਖਿਆ ਹੈ। ਹਾਂਜੀ ਐਂਡ ਉਹ ਸਤਿਗੁਰੂ ਓਸ਼ੋ ਨੇ ਉਸ ਉੱਪਰ ਬਹੁਤ ਬਿਊਟੀਫੁਲ ਵਿਆਖਿਆ ਕੀਤੀ ਹੈ। ਹਾਂਜੀ ਐਨੀਵੇ, ਵਿਗਿਆਨ ਵੈਰਵ ਤੰਤਰ ਦੀ ਜਿਹੜੀ ਪਹਿਲੀ ਮੈਡੀਟੇਸ਼ਨ ਹੈ ਉਸ ਨੂੰ ਅਸੀਂ ਭਗਵਾਨ ਬੁੱਧ ਦੀ ਜੋ ਮੈਡੀਟੇਸ਼ਨ ਹੈ ਵਿਪਸਨਾ ਹਾਂਜੀ ਉਹ ਕਹਿੰਦੇ ਆ। ਹਾਂਜੀ ਜਿਸ ਮੈਡੀਟੇਸ਼ਨ ਦੀ ਮੈਂ ਗੱਲ ਕਰ ਰਿਹਾ ਹਾਂ ਕਿ ਅਗਰ ਉਹ ਕੀਤੀ ਜਾਵੇ ਤਾਂ ਮਨੁੱਖ ਸਪੌਂਟੇਨੀਅਸ ਹੋ ਜਾਏਗਾ, ਸਹਿਜ ਹੋ ਜਾਏਗਾ। ਜੀ ਉਹ ਉਸ ਵਿਪਸਨਾ ਦੀ ਹੀ ਮੋਡੀਫਿਕੇਸ਼ਨ ਹੈ, ਤਾਓ ਪ੍ਰਾਣ ਸਾਧਨਾ। ਜੀ ਕਿਸੇ ਦਿਨ ਫਿਰ ਆਪਾਂ ਕਰਾਂਗੇ। ਹਾਂਜੀ ਚਾਹਾਂਗਾ ਆਪਣੀ ਹਰ ਡਿਸਕਸ਼ਨ ਤੋਂ ਪਹਿਲਾਂ 2 ਮਿੰਟ ਲਈ ਜਾਂ 4 ਮਿੰਟ ਲਈ ਉਸ ਤਾਓ ਪ੍ਰਾਣ ਸਾਧਨਾ 'ਚ ਬੈਠਿਆ ਜਾਵੇ। ਜੀ ਜੀ ਫਿਰ ਜਿਹੜੀ ਗੱਲ ਹੈਗੀ ਆ ਉਹ ਸਹਿਜ ਹੋਵੇਗੀ, ਜੀ ਨਹੀਂ ਤਾਂ ਬੁੱਧੀ ਤੋਂ ਸਾਰਾ ਕੁਝ ਹੋਵੇਗਾ। ਹਾਂਜੀ ਹਾਂਜੀ ਚਲੋ ਫਿਰ ਕਰ ਲਵਾਂਗੇ। ਹਾਂਜੀ ਤੁਸੀਂ ਜੋ ਇਹ ਸਵਾਲ ਪੁੱਟ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜ ਸਭਾ ਰਾਜ ਸਭਾ 'ਚ, ਉਹ 1 ਘੰਟਾ ਤੇ 7 ਮਿੰਟ ਦਾ ਉਹਨਾਂ ਦਾ ਇਹ ਲੈਕਚਰ ਸੀ। ਹਾਂਜੀ ਮੈਂ ਵੀ ਸਾਰਾ ਸੁਣਿਆ ਹਾਂਜੀ ਐਂਡ ਜੋ ਕੁਛ ਉਹਨਾਂ ਨੇ ਵੱਖੋ ਵੱਖਰੇ ਮੁੱਦਿਆਂ ਦੇ ਉੱਪਰ ਜੋ ਜਵਾਬ ਦਿੱਤੇ ਨੇ, ਜੋ ਵਿਆਖਿਆ ਕੀਤੀ ਹੈਗੀ ਆ,
ਉਹ 'ਚ ਕੋਈ ਸ਼ੱਕ ਨਹੀਂ, ਜੋ ਸਭ ਤੋਂ ਮੋਸਟ ਬਿਊਟੀਫੁਲ ਜਿਹੜੀ ਚੀਜ਼ ਉਹਨੇ ਪੇਸ਼ ਕੀਤੀ ਸੀ ਉਹ ਕਿਸਾਨ ਦੀ ਦਸ਼ਾ ਉੱਪਰੀ ਸੀ ਜੀ। ਉਹਨਾਂ ਦੇ ਉਸ ਜਵਾਬ ਵਿੱਚੋਂ ਹੀ ਮੈਂ ਪੜ੍ਹ ਕੇ ਇਸ ਚੀਜ਼ ਤੋਂ ਬੜਾ ਹੈਰਾਨ ਹੋਇਆ ਹਾਂਜੀ ਕਿ ਹਿੰਦੁਸਤਾਨ ਦੀ ਕਿਸਾਨੀ ਦਾ 86% ਜੋ ਵਰਗ ਹੈ ਉਹਦੇ ਕੋਲ 1.5 ਏਕੜ ਤੋਂ ਥੱਲੇ ਜ਼ਮੀਨ ਆ। ਹਾਂ, ਇਹ ਮੋਦੀ ਸਾਹਿਬ ਨੇ ਕਿਹਾ ਸੀ। ਹਾਂਜੀ। ਐਂਡ ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਜਦੋਂ ਪੀਐਲ ਕਿਹੜੀ ਸੀ 104, ਹਾਂਜੀ ਜਦੋਂ ਸਾਡਾ ਸੰਧੀ ਹੁੰਦੀ ਹੈਗੀ ਅਮਰੀਕਾ ਦੇ ਨਾਲ, ਅਮਰੀਕਾ ਨਾਲ, ਹਾਂਜੀ। ਐਂਡ ਆਪਣੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਉਹ ਜੋ ਸੰਧੀ ਕੀਤੀ ਸੀਗੀ, ਹਾਂਜੀ। ਉਸ ਤੋਂ ਬਾਅਦ ਕੋਈ ਵਿਅਕਤੀ ਐਗਰੀਕਲਚਰ ਮਿਨਿਸਟਰ ਬਣਨ ਨੂੰ ਤਿਆਰ ਨਹੀਂ ਸੀ। ਫਿਰ ਲਾਲ ਬਹਾਦਰ ਸ਼ਾਸਤਰੀ ਨੇ ਇੱਕ ਸੁਬਰਾਮਨਿਅਮ ਨਾਂ ਦਾ ਕੋਈ ਸਾਊਥ ਤੋਂ ਵਿਅਕਤੀ ਲਿਆਂਦਾ, ਹਾਂਜੀ। ਐਂਡ ਇਹ PL4 ਹੋਇਆ। ਫਿਰ ਨਵੀਆਂ ਖਾਦਾਂ ਆਈਆਂ, ਨਵੇਂ ਬੀਜ ਆਏ, ਹਾਈਬ੍ਰਿਡ ਵੈਰਾਈਟੀ ਆਈ, ਨਵੀਂ ਚੀਜ਼। ਜਦੋਂ ਇਹ ਕ੍ਰਾਂਤੀ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਦਾ ਵੀ ਵਿਰੋਧ ਹੋਇਆ। ਹਾਂਜੀ। ਲੇਕਿਨ ਪ੍ਰਧਾਨ ਮੰਤਰੀ ਨੇ ਕਿੱਥੋਂ ਸਾਰੀ ਖੋਜ ਕੀਤੀ ਕਿ 1971 ਦੇ ਸੈਂਸਸ ਦੇ ਵਿੱਚ, ਐਗਰੀਕਲਚਰ ਸੈਂਸਸ ਦੇ ਵਿੱਚ ਕਿੰਨੇ % ਲੋਕ ਨੇ ਜਿਨ੍ਹਾਂ ਦੇ ਪਾਸ ਅੱਧਾ ਏਕੜ ਜ਼ਮੀਨ ਆ, ਹਾਂਜੀ। ਕਿੰਨਿਆਂ ਦੇ ਪਾਸ 1.5 ਏਕੜ ਆ, ਕਿੰਨਿਆਂ ਦੇ ਪਾਸ 2 ਏਕੜ ਆ। ਜੀ। 2-2.5 ਏਕੜ ਤੋਂ ਉੱਪਰ ਜ਼ਮੀਨ ਦੀ ਮਾਲਕੀ ਵਾਲਾ ਹਿੰਦੁਸਤਾਨ 'ਚ ਕਿਸਾਨ ਇਸ ਵੇਲੇ 86% ਆ। ਬਿਲਕੁਲ ਠੀਕ ਆ। ਦੂਜੀ ਗੱਲਬਾਤ, ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ, ਜਿਨ੍ਹਾਂ ਨੂੰ ਅਸੀਂ ਬਹੁਤ ਹੀ ਓਨੈਸਟ ਐਂਡ ਇੱਜ਼ਤ ਮਾਣ ਨਾਲ ਦੇਖਦੇ ਇੱਜ਼ਤ ਮਾਣ ਨਾਲ ਦੇਖਦੇ ਹਾਂ, ਅਰਥ ਸ਼ਾਸਤਰੀ ਵੀ ਕਹਿੰਦੇ ਆ, ਜੀ। ਉਹਨਾਂ ਨੇ ਹੀ UPA ਸਰਕਾਰ ਵੇਲੇ ਮੇਰਾ ਖਿਆਲ ਹੈ ਕਿ 60,000 ਕਰੋੜ ਦਾ ਕਰਜ਼ੇ ਜਿਹੜੇ ਸੀਗੇ ਉਹ ਕਿਸਾਨਾਂ ਦੇ ਮਾਫ ਕੀਤੇ ਸੀ। ਹਾਂਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਸਦੇ ਨੇ ਕਿ ਉਹ ਜਿਹੜਾ ਮਾਲਕ ਸੀ ਅੱਧੇ ਏਕੜ ਦਾ, 1.5 ਏਕੜ ਦਾ ਜਾਂ 2 ਏਕੜ ਤੋਂ ਹੇਠਾਂ ਦਾ ਸੀਗਾ, ਉਸ ਕਿਸੇ ਵੀ ਕਿਸਾਨ ਦਾ ਬੈਂਕ ਵਿੱਚ ਕੋਈ ਖਾਤਾ ਨਹੀਂ ਸੀ ਜੀ। ਐਂਡ ਉਸ ਕਿਸੇ ਵੀ ਕਿਸਾਨ ਨੇ ਕੋਈ ਬੈਂਕ ਤੋਂ ਕੋਈ ਲੋਨ ਨਹੀਂ ਸੀ ਲਿਆ ਹੋਇਆ। ਇਸ ਲਈ ਜਿਹੜੇ ਉਹ 86% ਅਸੀਂ ਅੱਜ ਕਾਊਂਟ ਕਰਦੇ ਹਾਂ, ਹੁਣ ਤਾਂ ਹੋਰ ਵੱਧ ਗਏ ਹੋਣੇ ਆ, ਕਿਉਂਕਿ ਜਿਹੜੀ ਹੈਗੀ ਆ ਲੈਂਡ ਡਿਸਟ੍ਰੀਬਿਊਸ਼ਨ ਤੋਂ ਬਾਅਦ ਜ਼ਮੀਨਾਂ ਦੀ ਮਾਲਕੀ ਹੋਰ ਘਟ ਗਈ ਹੈ। ਹਾਂਜੀ, ਹਾਂਜੀ। ਉਹਦਾ ਕਹਿਣ ਦਾ ਭਾਵ ਇਹ ਸੀਗਾ ਕਿ ਇਹ ਜਿਹੜਾ 1.5 ਏਕੜ ਵਾਲਾ ਮਾਲਕ ਸੀ ਹਿੰਦੁਸਤਾਨ ਦੇ ਵਿੱਚ, ਜਦ ਉਹਦਾ ਬੈਂਕ 'ਚ ਅਕਾਊਂਟ ਹੀ ਨਹੀਂ ਸੀ, ਉਹਨੇ ਬੈਂਕ ਤੋਂ ਕੋਈ ਲੋਨ ਲਿਆ ਹੀ ਨਹੀਂ ਸੀ, ਉਹ 60,000 ਕਰੋੜ ਰੁਪਇਆ ਜਿਹੜਾ ਕਿਸਾਨੀ ਦਾ ਕਰਜ਼ਾ ਮਾਫ ਕੀਤਾ ਗਿਆ ਸੀ, ਉਹ ਕਿਸੇ ਗਰੀਬ ਕਿਸਾਨ ਨੂੰ ਨਹੀਂ ਮਿਲਿਆ ਜੀ। ਉਹ ਸਿਰਫ ਅਮੀਰ ਕਿਸਾਨਾਂ ਨੂੰ ਮਿਲਿਆ। ਹੈਰਾਨੀ ਹੁੰਦੀ ਹੈਗੀ ਆ ਕਿ ਹਿੰਦੁਸਤਾਨ ਦੀ ਲੈਫਟ ਮੂਵਮੈਂਟ ਜਿਹੜੀ ਕਿ ਦਾਅਵਾ ਕਰਦੀ ਹੈਗੀ ਆ ਕਿ ਅਸੀਂ ਪ੍ਰੋ ਪੀਪਲ ਆ, ਅਸੀਂ ਪ੍ਰੋ ਕਿਸਾਨ ਆ, ਅਸੀਂ ਪ੍ਰੋ ਮਜ਼ਦੂਰ ਆ, ਅੱਜ ਵੀ ਮੈਂ ਜਦੋਂ ਐਤਵਾਰ ਜ਼ਮੀਨ ਤੇ ਗਿਆ ਸੀਗਾ ਤੇ ਰਾਹ ਦੇ ਵਿੱਚ ਜਲੂਸ ਨਿਕਲ ਰਹੇ ਸੀਗੇ, ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ। ਮੈਨੂੰ ਬੜਾ ਹਾਸਾ ਆਇਆ ਕਿ ਕਿਸਾਨ ਤੇ ਮਜ਼ਦੂਰ ਦੀ ਕਦੇ ਏਕਤਾ ਹੋ ਸਕਦੀ ਆ? ਹਰਗਿਜ਼ ਨਹੀਂ। ਹਾਂਜੀ। ਕਿਉਂਕਿ किसान ਦੇ ਪਾਸ ਜ਼ਮੀਨ ਹੈ, ਮਜ਼ਦੂਰ ਹੈ ਬੇਜ਼ਮੀਨਾ। ਪਹਿਲੀ ਉਹਨਾਂ ਦੀ ਕੰਟਰਾਡਿਕਸ਼ਨ ਤਾਂ ਇਸੇ ਚੀਜ਼ ਦੇ ਉੱਪਰ ਆ ਗਈ, ਜਦੋਂ ਖੇਤਾਂ 'ਚ ਕੋਈ ਮਜ਼ਦੂਰ ਕੰਮ ਕਰਦਾ ਆ, ਉਹਦੇ ਮਨ 'ਚ ਇਹ ਪਹਿਲਾ ਕੁਐਸਚਨ ਆਉਂਦਾ, ਮੇਰੇ ਕੋਲ ਜ਼ਮੀਨ ਨਹੀਂ ਹੈਗੀ, ਮੇਰੇ ਕੋਲ ਹੁੰਦੀ ਮੈਂ ਇਹਦੀ ਮਜ਼ਦੂਰੀ ਕਰਦਾ। ਦੂਸਰੇ ਨੰਬਰ ਦੇ ਉੱਪਰ ਮੇਰੇ ਪਾਸ ਡਾਟਾ ਤਾਂ ਨਹੀਂਗਾ, ਪਰ ਮੈਂ ਇੰਨਾ ਜਾਣਦਾ ਹੈਗਾ ਆ ਕਿ ਬਹੁਤ ਸਾਰੀਆਂ ਜਿਹੜੀਆਂ ਮਜ਼ਦੂਰੀਆਂ ਨੇ, ਡੇਲੀ ਵੇਜਸ ਉੱਪਰ ਜੋ ਮਜ਼ਦੂਰ ਖੇਤਾਂ 'ਚ ਕੰਮ ਕਰਦੇ ਨੇ, ਉਹਨਾਂ ਦੀ ਪੂਰੀ ਤਰ੍ਹਾਂ ਮਜ਼ਦੂਰੀ ਵੀ ਨਹੀਂ ਦਿੱਤੀ ਜਾਂਦੀ। ਕਿਤੇ ਕਿਤੇ ਇੱਦਾਂ ਦੀਆਂ ਸ਼ਿਕਾਇਤ ਪੁਲਿਸ ਕੇਸਿਸ ਵੀ ਹੁੰਦੇ ਹੈਗੇ ਨੇ। ਉਹ ਥੋੜਾ ਜਿਹਾ ਮਨਰੇਗਾ ਤੋਂ ਬਾਅਦ ਜਦੋਂ ਉਹਨਾਂ ਦੀਆਂ ਵੇਜਸ ਫਿਕਸ ਹੋ ਗਈਆਂ ਤਾਂ ਫਿਰ ਕੁਝ ਸਰਕਾਰ ਮਦਦ ਕਰਨ ਲੱਗੀ, ਕੁਝ ਕਿਸਾਨਾਂ ਨੂੰ ਵੀ ਆਈ ਯਾਰ ਕੰਮ ਤਾਂ ਸਾਰੇ ਇਹਨਾਂ ਨਾਲ ਹੋਣਾ ਆ। ਬੜਾ ਹਾਸਾ ਆਉਂਦਾ ਹੈਗਾ ਆ। ਮੈਂ ਪਿੰਡ ਜਾ ਕੇ ਆਮ ਮਜ਼ਦੂਰਾਂ ਨਾਲ ਗੱਲਾਂ ਬਾਤਾਂ ਕਰਦਾ ਆ। ਹਾਂਜੀ। ਆਪਾਂ ਐਤਵਾਰ ਸੀਗੇ, ਉੱਥੇ ਗੇਟ ਮੋਰੇ ਮੇਰੇ ਇੱਕ ਮਜ਼ਦੂਰ ਖੜਾ ਸੀਗਾ। ਉਹ ਕਹਿੰਦਾ ਜੀ ਡਾਕਟਰ ਸਾਹਿਬ ਅਸੀਂ ਤਾਂ ਮਜ਼ਦੂਰੀ ਕਰਨੀ, ਕਹਿੰਦੇ ਅਸੀਂ ਐਜੀਟੇਸ਼ਨ ਤੋਂ ਕੀ ਲੈਣਾ ਦੇਣਾ। ਮੈਂ ਕਿਹਾ ਫੇਰ ਤੁਹਾਡੀ ਏਕਤਾ ਕਿੱਦਾਂ ਹੋਈ ਬਈ? ਕਹਿੰਦਾ ਏਕਤਾ ਕਾਹਦੀ ਏਕਤਾ ਹੈ, ਕੋਈ ਮੈਨੇ ਕੁਛ ਨਹੀਂ ਹੈ, ਕਿਸਾਨ ਮਜ਼ਦੂਰ ਏਕਤਾ ਦੇ ਇੱਕ ਪੋਲੀਟੀਕਲ ਸਲੋਗਨ ਆ। ਇਹ ਸਾਰਾ ਕੁਝ ਜੋ ਕੁਛ ਹੋ ਰਿਹਾ ਉਹਦੇ ਪਿੱਛੇ ਬੁਨਿਆਦ ਪਿੱਛੇ ਇੱਕ ਪੋਲੀਟੀਕਲ ਗੇਮ ਹੈ। ਐਂਡ ਵਾਲ ਜਿਹੜੀ ਪੋਲੀਟੀਕਲ ਗੇਮ ਹੁੰਦੀ ਹੈਗੀ ਇਹ ਬੜੀ ਐਂਟਰਟੇਨਿੰਗ ਹੈ। ਇਟਸ ਅ ਬਿਊਟੀਫੁਲ ਐਂਟਰਟੇਨ ਆਫ ਦਾ ਮਾਸਿਸ। ਇੱਕ ਰਾਜ ਸੱਤਾ ਵਿੱਚ ਹੈ, ਇੱਕ ਰਾਜ ਸੱਤਾ ਤੋਂ ਬਾਹਰ ਹੈ। ਇਹ ਦੋ ਖਿਡਾਰੀ ਇੱਕ ਗੇਮ ਖੇਡ ਰਹੇ ਨੇ।
ਇੱਕ ਵੱਡੇ ਰਾਜਸੱਤਾ ਵਾਲੇ, ਇੱਕ ਛੋਟੇ ਵਾਲੇ, ਇਦਾਂ ਵੀ ਕਹਿ ਸਕਦੇ। ਇਦਾਂ ਵੀ ਕਹਿ ਸਕਦੇ ਹਾਂ। ਹਾਂਜੀ। ਸੋ ਇਹ ਇੱਕ ਗੇਮ ਹੈ, ਰਾਜਨੀਤੀ ਇੱਕ ਗੇਮ ਹੈ। ਇਹ ਸਧਾਰਨ ਲੋਕਾਂ ਵਾਸਤੇ ਇਹ ਐਂਟਰਟੇਨਮੈਂਟ ਬਣ ਗਈ। ਜਿਵੇਂ ਇੱਕ ਫੁੱਟਬਾਲ ਦਾ ਜਾਂ ਹਾਕੀ ਦਾ ਮੈਚ ਹੋ ਰਿਹਾ ਤਾਂ ਸਟੇਡੀਅਮ ਭਰੇ ਪਏ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਉਸ ਗੇਮ ਦੇ ਉੱਪਰ ਕਿੰਨਾ ਪੈਸਾ ਲੱਗਾ ਹੋਇਆ, ਲੋਕ ਪੈਸੇ ਦਿੰਦੇ ਨੇ, ਇੰਜੋਏ ਕਰ ਰਹੇ ਨੇ। ਇਹ ਸਭ ਤੋਂ ਵੱਡਾ ਜੋ ਅਧਰਮ ਦਾ ਲੱਛਣ ਹੈ ਉਹ ਹੈ ਕਿ ਜੀਵਨ ਦੀ ਖੇਡ ਨੂੰ, ਜੀਵਨ ਦੀ ਲੀਲਾ ਨੂੰ ਇੱਕ ਗੇਮ ਬਣਾ ਦੇਣਾ। ਜੀ ਜੀ ਜੀ। ਆਪਾਂ ਧਾਰਮਿਕ ਨਜ਼ਰੀਏ ਉੱਪਰ ਸਾਰੀ ਗਲਤ ਕਰਦੇ ਹਾਂ। ਹਾਂਜੀ। ਆਪਣੀ ਹਰ ਵਾਰਤਾ ਦਾ ਸਾਡਾ ਅਧਿਆਤਮ ਹੁੰਦਾ। ਹਾਂਜੀ। ਜਿਹੜੀ ਗੇਮ ਹੈ, ਚਾਹੇ ਉਹ ਪੋਲੀਟੀਕਲ ਗੇਮ ਹੈ, ਚਾਹੇ ਦੂਸਰੀਆਂ ਖੇਡਾਂ ਦੀ, ਜਦੋਂ ਅਸੀਂ ਉਹਨੂੰ ਇੱਕ ਕੰਪੀਟੀਸ਼ਨ ਚ ਲੈਣ ਦਾ ਗੇਮ ਬਣਾਤਾ ਤਾਂ ਫਿਰ ਪਲੇ ਨਾ ਰਹੀ, ਉਹ ਲੀਲਾ ਨਾ ਰਹੀ, ਉਹ ਇੱਕ ਹਾਰ ਜਿੱਤਣ ਦਾ ਆਧਾਰ ਬਣਾ ਕੇ ਇੱਕ ਗੇਮ ਬਣ ਗਈ। ਐਂਡ ਇਸ ਗੇਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਹੈਗੀ ਆ ਉਹ ਹੈ ਹੰਕਾਰ ਪੂਰਤੀ। ਇਹ ਜਿਤਨੇ ਵੀ ਲੋਕ ਦੂਸਰੇ ਨੂੰ ਗਾਲ ਕੱਢਦੇ ਨੇ ਜਾਂ ਦੂਸਰੇ ਨੂੰ ਮਾੜਾ ਕਹਿੰਦੇ ਨੇ, ਹਾਂਜੀ, ਦੂਸਰੇ ਨੂੰ ਮਾੜਾ ਕਹਿਣ ਵਾਲਾ ਜਾਂ ਗਾਲ ਕੱਢਣ ਵਾਲਾ ਖੁਦ ਉਹ ਵਿਅਕਤੀ ਹੀ ਹੁੰਦਾ ਆ ਜਿਹੜਾ ਕਿ ਆਪਣਾ ਮਾੜਾਪਣ, ਆਪਣੀ ਗਲਤੀ, ਆਪਣੀ ਬੁਰਾਈ ਨੂੰ ਛੁਪਾ ਰਿਹਾ। ਉਹਦੀ ਰੈਸ਼ਨੈਲਿਟੀ ਹੈ ਉਸ ਵਿਅਕਤੀ ਦੀ। ਤੁਸੀਂ ਹੁਣ ਦੇਖੋ ਨਾ, ਪੰਜਾਬ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ, ਮੈਂ ਤਾਂ ਹੈਰਾਨ ਹੈਗਾ ਆ ਕਿ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਨੀਆਂ ਗਾਲਾਂ ਕੱਢੀਆਂ ਜਾ ਰਹੀਆਂ। ਹਾਂਜੀ ਹਾਂਜੀ। ਇੰਨਾ ਉਹਨੂੰ ਬੁਰਾ ਭਲਾ ਕਿਹਾ ਜਾ ਰਿਹਾ। ਮੈਂ ਯਕਦਮ ਆ ਜਾਂਦਾ ਮੇਰੇ ਦਿਮਾਗ 'ਚ ਕਿ ਬੁਰਾ ਭਲਾ ਕਹਿਣ ਵਾਲੇ, ਇਹ ਗਾਲਾਂ ਕੱਢਣ ਵਾਲੇ ਖੁਦ ਬੁਰੇ ਨੇ। ਖੁਦ ਆਪਣੀ ਬੁਰਾਈ ਨੂੰ ਛੁਪਾਉਣ ਲਈ, ਆਪਣੀ ਗਲਤੀ ਨੂੰ ਛੁਪਾਉਣ ਲਈ ਇੱਕ ਬਹਾਨਾ ਮਿਲ ਗਿਆ। ਵੈਸੇ ਵੀ ਜੀਵਨ ਦੇ ਵਿੱਚ ਜਦੋਂ ਵੀ ਕੋਈ ਵਿਅਕਤੀ ਦੂਸਰੇ ਦੀ ਨਿੰਦਿਆ ਕਰਦਾ ਆ ਤੇ ਮੈਂ ਤਾਂ ਬਈ ਭਰਸਾ ਉਸੇ ਵਕਤੀ 'ਚ ਕਰਨਾ ਹੋ ਜਾਂਦਾ। ਜੀਵਨ ਸਵੇਰ ਲੈ ਕੇ ਸ਼ਾਮ ਤੱਕ ਲੋਕੀ ਬਥੇਰੇ ਕੰਟੈਕਟ ਵਿੱਚ ਆਉਂਦੇ ਨੇ, ਲੇਕਿਨ ਮੇਰਾ ਆਧਾਰ ਇਹ ਹੁੰਦਾ ਹੈ ਕਿ ਇਹ ਵਿਅਕਤੀ ਦੂਸਰੇ ਦੀ ਕਿੰਨੀ ਕੁ ਨਿੰਦਿਆ ਕਰ ਰਿਹਾ। ਐਂਡ ਨਿੰਦਿਆ ਇੱਕ ਇਸ ਪ੍ਰਕਾਰ ਦਾ ਰਸ ਆ। ਲੋਕੀ ਇੰਜੋਏ ਕਰਦੇ ਨੇ। ਕਿਉਂ ਇੰਜੋਏ ਕਰਦੇ ਨੇ? ਕਿ ਉਹਨਾਂ ਨੂੰ ਇੱਕ ਤਸੱਲੀ ਮਿਲਦੀ ਹੈਗੀ ਆ ਕਿ ਮੈਂ ਚੋਰ ਨੂੰ, ਦੂਸਰਾ ਚੋਰ ਹੈ ਚਾਹੇ ਨਹੀਂ ਹੈ, ਲੇਕਿਨ ਉਹਨੂੰ ਮੈਂ ਚੋਰ ਲੇਬਲ ਕਰਕੇ, ਉਹਨੂੰ ਬੁਰਾ ਸਾਬਤ ਕਰਕੇ, ਉਹਨੂੰ ਗਲਤ ਸਾਬਤ ਕਰਕੇ ਮੈਂ ਆਪਣੀ ਬੁਰਾਈ, ਆਪਣੀ ਚੋਰੀ, ਆਪਣੀ ਸਾਰੀ ਦੀ ਸਾਰੀ ਹੀਨ ਭਾਵਨਾ ਨੂੰ ਲੁਕੋ ਰਿਹਾ। ਉਹ ਆਪਣੇ ਆਪ ਨੂੰ ਹੀ ਪੇਸ਼ ਕਰ ਰਿਹਾ ਉਹ। ਇਸ ਲਈ ਮੈਂ ਤਾਂ ਹਰ ਵਾਰ ਕਹਿਣਾ ਹੁੰਦਾ ਆ ਕਿ ਵੀ ਕਿਸੇ ਨੂੰ ਮਾੜਾ ਕਹਿਣ ਨਾਲ ਜਾਂ ਗਾਲਾਂ ਕੱਢਣ ਦੇ ਨਾਲ ਉਹਦਾ ਤਾਂ ਕੁਝ ਜਾਣਾ ਨਹੀਂ, ਲੇਕਿਨ ਜਿਹੜਾ ਵਿਅਕਤੀ ਇਹ ਕਰ ਰਿਹਾ ਉਹ ਆਪਣੀ ਨਫ਼ਰਤ ਜ਼ਾਹਰ ਕਰ ਰਿਹਾ ਕਿ ਮੈਂ ਕਿੰਨਾ ਕੁ ਨਫ਼ਰਤ ਦਾ ਭਰਿਆ ਹੋਇਆ। ਆਪਣੀ ਬੁਰਾਈ ਨੂੰ ਛੁਪਾਉਣ ਲਈ, ਆਪਣੀ ਗਲਤੀ ਨੂੰ ਛੁਪਾਉਣ ਲਈ, ਆਪਣੀ ਕਰਪਸ਼ਨ ਨੂੰ ਛੁਪਾਉਣ ਲਈ ਤੁਸੀਂ ਦੂਸਰੇ ਵਿਅਕਤੀ ਨੂੰ ਵੀ ਕਹਿੰਦੇ ਕਿ ਵੀ ਇਹ ਵੀ ਆਈ ਆ। ਹੋਰ ਤੁਸੀਂ ਨੋਟ ਕਰਕੇ ਦੇਖੋ, ਹਾਂਜੀ, ਕਿਤੇ ਚੋਰੀ ਹੋ ਜਾਏ, ਜਿਹੜਾ ਬੰਦਾ ਸਭ ਤੋਂ ਵੱਧ ਰੌਲਾ ਪਾਵੇਗਾ ਚੋਰੀ ਦੇ ਖਿਲਾਫ ਜਾਂ ਚੋਰ ਦੇ ਖਿਲਾਫ, ਚੋਰ ਨਾਲ ਆਪ ਹੀ ਨਿਕਲਦਾ ਉਹੀ ਹੁੰਦਾ। ਸੋ ਪੰਜਾਬ ਦੇ ਲੋਕ, ਮੇਰੀ ਜਨਮ ਭੂਮੀ ਆ ਇਹ, ਮੈਂ ਇਸ ਮਿੱਟੀ ਵਿੱਚੋਂ ਜਨਮ ਲਿਆ ਹੈਗਾ, ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਇਤਨੀ ਨਫ਼ਰਤ। ਐਂਡ ਪ੍ਰਧਾਨ ਮੰਤਰੀ ਨੇ ਜੋ ਲੋਕ ਸਭਾ ਵਿੱਚ ਸੈਂਸਰ ਪੇਸ਼ ਕੀਤੇ ਨੇ ਉਹ ਇਤਨੇ ਥਾਟ ਪ੍ਰੋਵੋਕਿੰਗ ਨੇ। ਮਨਮੋਹਨ ਸਿੰਘ ਨੂੰ ਲਿਆ, ਦੇਵ ਗੌੜਾ ਨੂੰ ਲਿਆ, ਚਰਨ ਸਿੰਘ ਨੂੰ ਲਿਆ। ਚਰਨ ਸਿੰਘ ਨੇ ਆ ਕਿਹਾ 71 ਚ, ਚਰਨ ਸਿੰਘ ਨੇ 77 ਚ ਇਦਾਂ ਕੀਤੀ, 81 ਦੇ ਸੈਂਸਸ ਆ ਨੇ। ਉਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਇੱਕ ਬਹੁਤ ਹੀ ਸਾਇੰਟੀਫਿਕ ਤਰੀਕੇ ਦੇ ਨਾਲ ਪੇਸ਼ ਕੀਤਾ। ਵੱਲ ਪੇਸ਼ ਕੀਤਾ ਕਿ ਬਈ ਮੈਂ ਤੁਹਾਡੇ ਗਰੀਬ ਕਿਸਾਨੀ ਦੇ ਵਾਸਤੇ ਜੋ ਕੁਛ ਮੇਰੇ ਤੋਂ ਹੁੰਦਾ ਮੈਂ ਉਹ ਕਰਨਾ ਚਾਹੁੰਦਾ ਆ। 86% ਦੀ ਕਹਿੰਦਾ ਮੈਨੂੰ ਫਿਕਰ ਆ। ਐਂਡ ਅੱਜ ਵੀ ਇਹ 86% ਦੇ ਖਾਤੇ ਦੇ ਵਿੱਚ ਕਿਹੜਾ ਹੈਗਾ ਧਨ ਯੋਜਨਾ ਜਾਂ ਹੋਰ ਹੈਗੇ ਨੇ ਖਾਤੇ, 2000 ਰੁਪਈਆ ਉਹਨਾਂ ਖਾਤਿਆਂ 'ਚ ਅੱਜ ਵੀ ਪੈ ਰਿਹਾ। ਜਨ ਧਨ ਯੋਜਨਾ। ਹਾਂਜੀ ਹਾਂਜੀ। ਐਂਡ ਉਸ ਤੋਂ ਬਾਅਦ ਵੀ ਲੋਕਡਾਊਨ ਦੇ ਦੌਰਾਨ ਵੀ ਸਾਰੀ ਕੁਛ ਜੋ ਕੁਛ ਵੀ ਉਹਨਾਂ ਦੀ ਡਿਸਟਰੀਬਿਊਸ਼ਨ ਹੋ ਰਹੀ ਕਣਕ ਦੀ ਜਾਂ ਸਭ ਕੁਛ ਉਹ ਸੈਂਟਰ ਦੀ ਕਰਕੇ ਹੀ ਹੋ ਰਹੀ ਹੈਗੀ ਹੈ। ਉਹਨਾਂ ਨੂੰ ਜਿਹੜਾ 6000 ਤਾਂ ਸਾਲ ਦਾ ਵੱਖਰਾ ਹੈ, ਹੋਰ ਵੀ 2-2000 ਉਹਨਾਂ ਦੇ ਖਾਤਿਆਂ 'ਚ ਪਿਆ, ਗਰੀਬ ਕਿਸਾਨਾਂ ਦੇ ਖਾਤਿਆਂ 'ਚ ਪਿਆ। ਸੋ ਉਹਨਾਂ ਦੀਆਂ ਜੋ ਸਾਰੀਆਂ ਐਫਰਟਸ ਨੇ, ਇਹ ਗਰੀਬ ਨੂੰ ਕੁਛ ਇੱਜ਼ਤ ਦੇਣ ਦੀ, ਕੁਛ ਗਰੀਬ ਨੂੰ ਕੁਛ ਥੋੜਾ ਬਹੁਤਾ ਆਪਣੀਆਂ ਮਟੀਰੀਅਲ ਲੋੜਾਂ ਦੀ ਪੂਰਤੀ ਵਾਸਤੇ ਕੁਛ ਸਹਾਇਤਾ ਕਰਨ ਦੀ, ਉਹ ਤਾਂ ਸਾਡੇ ਖਿਆਲ 'ਚ ਨਹੀਂ ਆਉਂਦੀਆਂ ਮੇਰੇ ਲੈਫਟਿਸਟ ਮਿੱਤਰਾਂ ਨੂੰ।
ਲੈਫਟਿਸਟ ਮਿੱਤਰ ਖਾਸ ਤੌਰ ਤੇ ਪੰਜਾਬ ਦੀ ਜਿਹੜੀ ਆ ਕਿਸਾਨਾਂ ਦੀ ਮੂਵਮੈਂਟ ਹੈਗੀ ਆ, ਇਹਦੀ ਲੀਡਰਸ਼ਿਪ ਤਾਂ ਨਕਸਲਾਈਟ ਮਿੱਤਰਾਂ ਦੇ ਹੱਥ ਵਿੱਚ ਆ, ਲੈਫਟਿਸਟ ਮਿੱਤਰਾਂ ਦੇ ਹੱਥ ਵਿੱਚ ਹੈਗੀ ਆ। ਤੇ ਇਹ ਜੋ ਸਕੀਮਾਂ ਸਾਨੂੰ ਲੋਕਾਂ ਨੂੰ ਬੈਨੀਫਿਟ ਦੇ ਸਕਦੀਆਂ, ਉਹਦੀ ਇੰਪਲੀਮੈਂਟੇਸ਼ਨ ਵਾਸਤੇ ਇਹ ਕਿਉਂ ਨਹੀਂ ਅੱਗੇ ਆਉਂਦੇ? ਮੈਂ ਐਤਵਾਰ ਜਦੋਂ ਜਾਣਾ ਸੀ ਜ਼ਮੀਨ ਦੇ ਉੱਪਰ, ਰਾਮਾ ਮੰਡੀ ਤੋਂ ਲੈ ਕੇ ਮੈਂ ਚੌਲਤਲਵਲਤੀ ਜਾਂਦੇ ਆ, ਕੁੱਲੀ ਥਾਂ ਸਿੰਘ ਵਲਤੀ, ਉਹ ਸੜਕ ਟੁੱਟੀ ਪਈ, ਅੱਧਾ ਘੰਟਾ ਲੱਗ ਗਿਆ, ਸੜਕ ਦਾ ਬੁਰਾ ਹਾਲ, ਸੜਕ ਬਹੁਤ ਟੁੱਟੀ ਹੈਗੀ। ਤੇ ਅੱਗੇ ਜਾ ਕੇ ਉਹ ਲੋਕ ਇਕੱਠੇ ਹੋਏ, ਆਹ ਕਿਸਾਨ ਏਕਤਾ, ਮਜ਼ਦੂਰ ਏਕਤਾ ਜਿੰਦਾਬਾਦ ਦੀਆਂ ਟਰਾਲੀਆਂ ਦੇ ਫੋਟੋ ਖਿੱਚ ਰਹੇ NRI ਮੁੰਡੇ। ਮੇਰਾ ਚਿੱਤ ਕਰੇ ਕਿ ਇਹਨਾਂ ਨੂੰ ਪੁੱਛਾਂ ਕਿ ਦਿੱਲੀ ਨਾਲ ਇੰਨਾ ਧਰਨਾ ਹੋ ਗਿਆ, ਆ 4 ਸਾਲ ਤੋਂ ਸੜਕ ਟੁੱਟੀ ਪਈ ਆ। ਮੰਨਿਆ ਕਿ ਇਹ ਮਾਰਕੀਟ ਕਮੇਟੀ ਹੋਵੇਗੀ ਜਾਂ SDM ਹੋਵੇਗਾ ਜਾਂ ਕੋਈ ਹੋਰ ਹੋਵੇਗਾ, ਤੇ ਇਦਾਂ ਦਾ ਧਰਨਾ ਇੱਥੇ ਦਿਓ ਤਾਂ ਸਾਡੀ ਡਿਵੈਲਪਮੈਂਟ ਹੋਵੇ। ਨਹੀਂ, ਕਿਉਂਕਿ ਹਰ ਚੀਜ਼ ਰਾਜਨੀਤੀ ਤੇ ਖੜੀ ਆ। ਅਸੀਂ ਹਰ ਥਾਂ ਦੇ ਉੱਪਰ ਰਾਜਨੀਤਿਕ ਰੋਟੀਆਂ ਸੇਕਣੀਆਂ ਚਾਹੁੰਦੇ ਆ। ਇਸ ਕਰਕੇ ਇਹਨੂੰ ਜਿਹੜੀ ਪੋਲੀਟੀਕਲ ਗੇਮ ਹੈ, ਇਹਨੂੰ ਸਮਝਿਆ ਜਾਵੇ ਐਂਡ ਦੇਖਿਆ ਜਾਵੇ ਕਿ ਫਾਰ ਦਾ ਬੈਟਰਮੈਂਟ ਆਫ ਦਾ ਮਾਸ, ਲੋਕਾਂ ਦੀ ਬਿਹਤਰੀ ਵਾਸਤੇ ਕਿਸ ਤਰੀਕੇ ਨਾਲ ਕੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਉੱਪਰ ਜ਼ੋਰ ਦਿੱਤਾ ਜਾਵੇ। ਇੱਕ ਦੋ ਡਾਕਟਰ ਸਾਹਿਬ, ਮੈਂ ਹੋਰ ਸਵਾਲ ਪੁੱਛਣਾ ਚਾਹੁੰਦਾ ਹੈਗਾ ਇਹਦੇ ਨਾਲ ਰਿਲੇਟਡ। ਹਾਂਜੀ, ਦੇਖੋ, ਸਰਕਾਰਾਂ ਨੇ ਪੇਪਰਾਂ ਵਿੱਚ ਇੱਦਾਂ ਦੇ ਬਿਆਨ ਦਿੱਤੇ ਸੀ, ਜਿਹੜੇ ਖਾਲਿਸਤਾਨੀ ਮਾਓਵਾਦੀ ਜੇ ਉਹ ਸਾਰੇ ਜਿਹੜੇ ਹੈਗੇ ਆ। ਹਾਂਜੀ, ਤੇ ਇਹ ਜੇ ਇੱਦਾਂ ਦੀ ਮੌਕੇ ਦੀ ਗੰਭੀਰਤਾ ਨੂੰ ਲੈਂਦੇ, ਪ੍ਰਧਾਨ ਮੰਤਰੀ ਨੂੰ ਇੱਦਾਂ ਦੀ ਸਟੇਟਮੈਂਟ ਜਾਂ ਰਾਜ ਸਭਾ ਜਾਂ ਪੇਪਰਾਂ ਰਾਹੀਂ ਪਹਿਲਾਂ ਨਹੀਂ ਸੀ ਰਿਸਪੌਂਡ ਕਰਨਾ ਚਾਹੀਦਾ ਜਦੋਂ ਪ੍ਰੋਬਲਮ ਸ਼ੁਰੂ ਵਿੱਚ ਹੋਈ, ਇਹ ਤਾਂ ਕਿ ਸੋਲਵ ਜਲਦੀ ਹੋ ਜਾਂਦੀ। ਦੇਖੋ, ਆਪਾਂ ਹੁਣ ਫਿਰ ਧਾਰਮਿਕ ਨਜ਼ਰੀਏ ਤੋਂ ਲਵਾਂਗੇ। ਹਾਂਜੀ, ਜੀਵਨ ਬਤੀਤ ਕਰਨ ਦਾ ਜਿਹੜਾ ਸਭ ਤੋਂ ਤਰੀਕਾ ਹੈ ਭਾਰਤ ਸਾਹਿਬ, ਹਾਂਜੀ, ਉਹ ਇੱਕੋ ਹੀ ਫਾਰਮੂਲਾ ਹੈ, ਨਿਜਤੀ ਦੇ ਹੁਕਮ ਨੂੰ ਸਵੀਕਾਰ ਕਰਨਾ। ਜੀ, ਨਾਨਕ ਕਹਿੰਦੇ ਨੇ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹਾਂਜੀ, ਸਭ ਕੁਛ ਵਿਦਾਤਾ ਦੀ ਨਿਜਤੀ ਦੇ ਹੁਕਮ ਥੱਲੇ ਹੋ ਰਿਹਾ। ਕਦੋਂ ਕੀ ਹੋਣਾ, ਇਹ ਉਸ ਨਾਨਕ ਦੇ ਮੁਤਾਬਕ ਹੁਕਮ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਇੱਕ ਸੈਂਟੈਂਸ ਆ ਇਹ। ਚਲੋ ਬਾਕੀ ਤਾਂ ਆਪਾਂ ਛੱਡ ਦਿੰਨੇ ਆ। ਹਾਂਜੀ, ਸਿੱਖਾਂ ਨੂੰ ਪੁੱਛ ਲੈਨੇ ਆ। ਹਾਂਜੀ, ਕਿ ਵੀ ਅਸੀਂ ਕਿੰਨਾ ਕੁ ਹੁਕਮ ਨੂੰ ਮੰਨਦੇ ਆ, ਕਿੰਨਾ ਕੁ ਸਵੀਕਾਰ ਕਰਦੇ ਹੈਗੇ ਆ। ਹਾਂਜੀ, ਹਰ ਥਾਂ ਦੇ ਉੱਪਰ ਤਾਂ ਸਾਡਾ ਹੰਕਾਰ ਖੜਾ। ਜਦੋਂ ਅਸੀਂ ਇਹ ਵੀ ਹੁੱਕਾ ਦਿੰਦੇ ਹੈਗੇ ਆ ਕਿ ਸਾਡੀਆਂ ਜ਼ਮੀਨਾਂ ਖੁੱਸ ਜਾਣੀਆਂ, ਸਾਡੇ ਨਾਲ ਜ਼ਿਆਦਤੀ ਹੋ ਗਈ, ਤੁਹਾਡੇ ਹੰਕਾਰ ਨੂੰ ਚੋਟ ਪਹੁੰਚਦੀ ਆ। ਹੰਕਾਰ ਦੇ ਵਿੱਚੋਂ ਹੀ ਤੁਸੀਂ ਇਹ ਧਰਨਾ ਲਾ ਕੇ ਬੈਠੇ ਹੋ, ਜਿਹਨੂੰ ਤੁਸੀਂ ਸਟਰਗਲ ਕਹਿੰਦੇ ਹੋ, ਅੰਦੋਲਨ ਕਹਿੰਦੇ ਹੋ, ਸੰਘਰਸ਼ ਕਹਿੰਦੇ ਹੋ। ਹਰ ਪਾਸੇ ਇਹਦੀ ਬੁਨਿਆਦ ਹੰਕਾਰ ਹੁੰਦੀ ਆ। ਹੁਣ ਸਮਝ ਨਹੀਂ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਚਾਹੇ ਉਸ ਹੁਕਮ ਦੇ ਤਹਿਤ ਕਿਸਾਨ ਐਜੀਟੇਸ਼ਨ ਹੈ, ਚਾਹੇ ਉਸ ਹੁਕਮ ਦੇ ਤਹਿਤ ਮੋਦੀ ਦੀ ਐਡਮਿਨਿਸਟ੍ਰੇਸ਼ਨ ਹੈ। ਇਸ ਧਰਤੀ ਉੱਪਰ, ਇਸ ਸਮਾਜ ਵਿੱਚ ਜੋ ਕੁਝ ਵੀ ਹੋ ਰਿਹਾ, ਉਹ ਇੱਕ ਨਿਜਤੀ ਦੇ ਤਹਿਤ ਹੋ ਰਿਹਾ। ਈਵਨ ਕਿ ਤੁਹਾਨੂੰ ਘਰ ਦੇ ਵਿੱਚ, ਘਰੋਂ ਬਾਹਰ ਵੀ ਕੋਈ ਵਿਅਕਤੀ ਗਾਲ ਵੀ ਕੱਢ ਜਾਂਦਾ, ਤਾਂ ਅਸੀਂ ਹੰਕਾਰ ਇਤਨਾ ਸਾਡੇ ਵਿੱਚ ਹੁੰਦਾ ਆ, ਅਸੀਂ ਕ੍ਰੋਧ ਨਾਲ ਤੇ ਅਸ਼ਾਂਤੀ ਨਾਲ ਭਰੇ ਪਏ ਹੁੰਦੇ ਆ। ਕੋਈ ਜਾਂਦਾ ਆਉਂਦਾ ਵਿਅਕਤੀ ਸਾਨੂੰ ਮਾੜੀ ਜੀ ਉਂਗਲ ਲਾ ਜਾਂਦਾ ਹੈਗਾ, ਤੇ ਸਾਡੀ ਜਿਹੜੀ ਉਹ ਸਾਰਾ ਦਿਨ ਹਫਤਾ ਖਰਾਬ ਹੋ ਜਾਂਦਾ, ਕਿਉਂਕਿ ਸਾਡੇ ਅੰਦਰ ਕ੍ਰੋਧ ਹੈ। ਅਸੀਂ ਕਦੇ ਵੀ ਉਸ ਤੋਂ ਅਕਰੋਧ ਹੋਣ ਦੀ ਕੋਸ਼ਿਸ਼ ਨਹੀਂ ਕੀਤੀ, ਹੋ ਹੀ ਨਹੀਂ ਸਕਦੇ। ਸ਼ਾਂਤ ਅਸੀਂ ਹੋ ਨਹੀਂ ਸਕਦੇ ਕਿ ਅਸੀਂ ਖੁਦ ਅਸ਼ਾਂਤ ਹਾਂ। ਕਿਉਂ? ਕਾਰਨ ਉਹਦਾ ਕਿਆ ਹੈ ਕਿ ਹਰ ਸਟੇਜ ਦੇ ਉੱਪਰ ਸਾਡੇ ਹੰਕਾਰ ਨੂੰ, ਸਾਡੀ ਈਗੋ ਨੂੰ, ਸਾਡੇ ਸਵਾਰਥ ਨੂੰ। ਹੁਣ ਪੰਜਾਬ ਦੇ ਵਿੱਚ ਕਿਉਂ ਇੰਨਾ ਸਾਰਾ ਕੁਝ ਹੋਇਆ? ਡੀਮੋਨੇਟਾਈਜੇਸ਼ਨ ਸ਼ੁਰੂ ਹੋਇਆ ਇਹ। ਪੰਜਾਬ ਦੇ ਵਿੱਚ ਅਮੀਰ ਲੋਕ ਕਾਫੀ ਨੇ ਐਜ਼ ਕੰਪੇਅਰ ਟੂ ਰੈਸਟ ਆਫ ਦਾ ਕੰਟਰੀ। ਹਾਂਜੀ, ਇੱਥੇ ਆਪਣੀਆਂ ਪ੍ਰੋਪਰਟੀ ਡੀਲਰਸ ਦਾ ਕੰਮ ਬਹੁਤ ਸੀ। ਸ਼ਹਿਰ ਦੇ ਆਲੇ ਦੁਆਲੇ ਜਿੰਨੀਆਂ ਵੀ ਜ਼ਮੀਨਾਂ ਸੀਗੀਆਂ, ਸਾਰੀਆਂ ਲੈ ਕੇ ਮਕਾਨ ਬਣਾਤੇ। ਪੰਜਾਬ ਦੀ ਐਗਰੀਕਲਚਰ ਪ੍ਰੋਡਕਸ਼ਨ ਵੀ ਇਹਦੇ ਕਾਰਨ ਘਟੀ। ਹਾਂਜੀ, ਉਸਨੇ ਇੱਕ ਇਹੋ ਜਿਹੇ ਵਰਗ ਨੂੰ ਜਨਮ ਦਿੱਤਾ ਜਿਹਨੂੰ ਅਸੀਂ ਕਰੋਨੀ ਕੈਪੀਟਲਿਸਟ ਕਹਿੰਦੇ ਹਾਂ। ਪੰਜਾਬ ਕਰੋਨੀ ਕੈਪੀਟਲਿਜ਼ਮ ਦੇ ਨਾਲ ਭਰਿਆ ਪਿਆ। ਕਰੋਨੀ ਕੈਪੀਟਲਿਜ਼ਮ ਇਹਦੀ ਇੱਕ ਬਿਮਾਰੀ ਆ। ਉਸਨੇ ਇੰਨੇ ਲੋਕਾਂ ਨੂੰ ਹੰਕਾਰ ਪੂਰਤੀ ਦੇ ਵੱਲ ਤੋੜ ਦਿੱਤਾ ਕਿ ਨਾਨਕ ਦਾ ਹੁਕਮ ਅਸੀਂ ਭੁੱਲ ਹੀ ਗਏ।
मैं तो फिर धार्मिक नजरिए तो कहांगा कि मेरे सिख वीरो, हुक्मे अंदर सब को बाहर हुक्म ना कोई। कदे मन्निया इस नूं? जे इस नूं मंन लवो तो थानू जमीनां दा डर? ਜ਼ਮੀਨ ਤਾਂ ਵਿਚਾਰੀ ਹੱਸਦੀ ਹੋਣੀ ਆ ਕਿ ਇਹ ਦੱਸੋ ਕੀ ਕਰਨ ਡਏ ਵਾ, ਮੈਂ ਤਾਂ ਇੱਥੇ ਰਹਿਣਾ। ਅੱਜ ਇਹ ਪਾਉਂਦਾ ਕੱਲ ਨੂੰ ਕੋਈ ਹੋਰ ਵਾਲੇਗਾ। ਲੇਕਿਨ ਜਿਹੜਾ ਹੰਕਾਰ ਹੈ ਇਹ ਬਿਮਾਰੀ ਦੀ ਜੜ ਆ। ਸਾਡੇ ਪੰਜਾਬ ਦਾ ਇਹ ਦੁਖਾਂਤ ਆ ਕਿ ਇਹ ਅਸੀਂ ਇਹਨਾਂ ਨੂੰ ਕੀ ਕਹਾਂਗੇ। ਪੰਜਾਬੀ ਫੂਕ ਛਕਣ 'ਚ ਬਹੁਤ ਤਕੜੇ ਆ। ਨਿੱਕੀ ਨਿੱਕੀ ਚੀਜ਼ ਉੱਪਰ ਵੀ ਆਪਣੇ ਕਰਮ ਉੱਪਰ ਵੀ ਮੁੱਛ ਨੂੰ ਤਾਰ ਦੇਣ ਲੱਗ ਪੈਂਦੇ ਹੈਗੇ। ਅਸੀਂ ਇੰਨੀ ਸੇਵਾ ਕਰ ਦਿੱਤੀ, ਅਸੀਂ ਇੰਨੀ ਸੇਵਾ ਕਰਦੇ ਹਾਂ। ਹੰਕਾਰ ਪੂਰਤੀ, ਜਿੱਥੇ ਇਹ ਕਹਿ ਦਿੱਤਾ ਕਿ ਅਸੀਂ ਇੰਨੀ ਸੇਵਾ ਕਰਦੇ ਹਾਂ ਉੱਥੇ ਹੰਕਾਰ ਆ ਗਿਆ। ਐਂਡ ਬਹੁਤ ਵੱਡੀ ਬਿਮਾਰੀ ਹੈ ਇਹ। ਨਾਨਕ ਨੇ ਗੁਰਬਾਣੀ ਵਿੱਚ ਇਹ ਹਉਮੈ ਨੂੰ ਜਿਹੜਾ ਦਿੱਤੀ, ਕਰੋਨਿਕ ਡਿਜ਼ੀਜ਼ ਦੀ ਡੈਫੀਨੇਸ਼ਨ, ਦੀਰਘ ਰੋਗ ਹੈ। ਹਉਮੈ ਦੀਰਘ ਰੋਗ, ਇਹ ਦੀਰਘ ਰੋਗ ਕਿਹੋ ਜਿਹਾ ਹੈਗਾ ਆ, ਇਹ ਪੰਜਾਬੀਆਂ ਨੂੰ ਛੱਡ ਨਹੀਂ ਰਿਹਾ। ਸੋ ਇਸ ਲਈ ਇਹਨਾਂ ਚੀਜ਼ਾਂ ਨੂੰ ਅਸੀਂ ਅਧਿਆਤਮ ਦੇ ਨਜ਼ਰੀਏ ਤੋਂ, ਧਰਮ ਦੇ ਨਜ਼ਰੀਏ ਤੋਂ ਜਦੋਂ ਲਵਾਂਗੇ ਤਾਂ ਇਹਦਾ ਆਧਾਰ ਕੁਛ ਹੋਰ ਨਿਕਲੇਗਾ। ਅਖੀਰ ਵਿੱਚ 1 ਮਿੰਟ 2 ਮਿੰਟ ਰਹਿੰਦੇ ਹੈਗੇ ਸਾਡੇ ਤੋਂ। ਦੇਖੋ, ਇਹ ਸਟਰਗਲ ਕਰਕੇ ਪੰਜਾਬ ਦੇ ਕਿਸਾਨਾਂ ਦਾ ਵੀ ਨੁਕਸਾਨ ਹੋ ਰਿਹਾ, ਨੋ ਡਾਊਟ ਸਰਕਾਰ ਦਾ ਵੀ ਹੋ ਰਿਹਾ। ਕੁਛ ਐਮੀਕੇਬਲ ਸੋਲੂਸ਼ਨ ਲਈ ਕੁਛ ਸੁਝਾਅ ਦਿਓ। ਦੇਖੋ, ਮੈਂ ਤਾਂ ਸੁਝਾਅ ਇਹੀ ਦੇਵਾਂਗਾ ਕਿ ਪਹਿਲਾਂ ਤਾਂ ਮੈਂ ਇਹਨੂੰ ਕਹਾਂਗਾ ਕਿ ਕਿਸਾਨ ਐਜੀਟੇਸ਼ਨ, ਕਿਸਾਨ ਲੀਡਰਾਂ ਨੂੰ ਕਿ ਤੁਸੀਂ ਭਾਈ ਜਿੱਤ ਲਈ ਇਹ ਸਟਰਗਲ। ਜਦ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ 1.5 ਸਾਲ ਵਾਸਤੇ ਇਹਨੂੰ ਅਸੀਂ ਨਹੀਂ ਇੰਪਲੀਮੈਂਟ ਹੋਵੇਗੀ ਤੇ ਸਰਕਾਰ ਹਾਰ ਗਈ, ਤੁਸੀਂ ਜਿੱਤ ਗਏ। ਨੰਬਰ 2 ਦੇ ਉੱਪਰ ਜੇ ਹੁਣ ਅੱਗੇ ਵੀ ਕੋਈ ਖਦਸ਼ਾ ਹੈ, 1.5 ਸਾਲ ਤੋਂ ਬਾਅਦ ਵੀ ਅੱਗੇ ਵੀ ਇਹ ਪੋਸਟਪੋਨ ਹੋ ਜਾਣੀਆਂ, ਕਿਉਂਕਿ ਅੱਗੇ ਯੂਪੀ ਤੇ ਮੱਧ ਪ੍ਰਦੇਸ਼ ਦੀਆਂ ਚੋਣਾਂ ਆ ਰਹੀਆਂ ਹੈਗੀਆਂ ਆ ਤੇ ਉਸ ਤੋਂ ਬਾਅਦ ਵੀ ਇਹ ਪੈਂਡਿੰਗ ਪਈ ਜਾਣੀ ਹੈਗੀ ਆ। ਸੋ ਤੁਸੀਂ ਕਿਉਂ ਇਹਨਾਂ ਆਪਣੇ ਆਪ ਦੇ ਪੈਰਾਂ ਤੇ ਕੁਹਾੜਾ ਮਾਰ ਰਹੇ ਹੋ? ਸਰਕਾਰ ਹਾਰ ਗਈ ਆ ਇਸ ਬਿੱਲ ਦੇ ਉੱਪਰ ਕਿਉਂਕਿ ਜਦ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋਣੀ। ਸੈਕੰਡਲੀ, ਬਹੁਤ ਸਾਰੀਆਂ ਸਕੀਮਾਂ ਕੇਂਦਰ ਦੀਆਂ ਸੂਬਿਆਂ ਨੇ ਨਹੀਂ ਇੰਪਲੀਮੈਂਟ ਕੀਤੀਆਂ। ਪੰਜਾਬ ਨੇ ਨਹੀਂ ਕੀਤੀਆਂ, ਬੰਗਾਲ ਨੇ ਨਹੀਂ ਕੀਤੀਆਂ, ਕੇਰਲਾ ਨੇ ਨਹੀਂ ਕੀਤੀਆਂ। ਕਿਉਂਕਿ ਤੁਸੀਂ ਨਾ ਕਰੋ, ਤੁਹਾਨੂੰ ਕੌਣ ਆਖ ਰਿਹਾ ਕਿ ਕੰਟੈਕਟ ਫਾਰਮਿੰਗ ਕਰੋ? ਨਾ ਕਰੋ ਹੈ। ਲੇਕਿਨ ਇਤਨਾ ਆਪਣੇ ਪੈਰੀਂ ਕੁਹਾੜਾ ਮਾਰ ਕੇ ਪੰਜਾਬ ਦੀ ਆਰਥਿਕਤਾ ਨੂੰ ਕਿਉਂ ਬਰਬਾਦ ਕਰ ਰਹੇ ਹੋ? ਰੇਲਾਂ ਬੰਦ ਨੇ, ਮਾਲ ਬੰਦ ਨੇ, ਸਾਰੀ ਡਿਵੈਲਪਮੈਂਟ ਬੰਦ ਪਈ ਹੈਗੀ ਆ। ਇਸ ਸਾਰੇ ਦੀ ਫੂਕ ਛਕਣ ਵਾਲੀ ਜਿਹੜੀ ਅਸੀਂ ਫੁਕਰੇਬਾਜ਼ੀ ਕਹਿੰਦੇ ਹਾਂ, ਫੁਕਰਾਪਣ ਕਹਿੰਦੇ ਹਾਂ, ਇਸ ਫੁਕਰੇਪਣ ਦੇ ਵਿੱਚ ਸਮੁੱਚੇ ਹਿੰਦੁਸਤਾਨ 'ਚ ਕੋਈ ਆਪਣੇ ਦੇਸ਼ ਦਾ ਕੋਈ ਸਿੱਖ ਸਰਮਾਏਦਾਰ ਵੀ ਇੱਥੇ ਐਜ਼ ਏ ਐਂਟਰਪ੍ਰੀਨਰ ਆ ਕੇ ਆਪਣੀ ਇਨਵੈਸਟਮੈਂਟ ਨਹੀਂ ਕਰੇਗਾ। ਸਾਡੀ ਇੰਡਸਟਰੀ ਨੂੰ ਤਬਾਹ ਕਰ ਦਿੱਤੀ ਇਹ ਚੀਜ਼। ਜੋ ਕਿਸੇ ਇੰਡਸਟਰੀਲਿਸਟ ਕੋਈ ਆਵੇਗਾ ਤਾਂ ਆ ਕੇ ਇਨਵੈਸਟ ਕਰੇਗਾ ਉਹ। ਜਦ ਅਸੀਂ ਧਾਰ ਲਿਆ ਕਿ ਇਹਨੂੰ ਵੜਨ ਨਹੀਂ ਦੇਣਾ, ਸਾਡਾ ਹੰਕਾਰ ਇੰਨਾ ਹੈਗਾ ਆ ਕਿ ਅਸੀਂ ਕਿਸੇ ਨੂੰ ਮਨੁੱਖ ਸਮਝਦੇ ਹੀ ਨਹੀਂ ਗੇ। ਪਰਮਾਤਮਾ ਦੇ ਕਿਸੇ ਮਨੁੱਖ ਵੀ ਨਹੀਂ ਸਮਝਦੇ। ਸੋ ਇਤਨਾ ਨੁਕਸਾਨ ਜਿਹੜਾ ਹੈਗਾ ਆ, ਉਹ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀਗੀ, ਪੱਤੀ ਪੱਤੀ ਬਲੂੰਦਰੀ ਗਈ ਉਸਦੀ, ਸ਼ਰਫ ਕਰਦਾ ਸੀ ਜਿਸ ਪੰਜਾਬ ਦੀ ਗੱਲ। ਮੈਨੂੰ ਹਮੇਸ਼ਾ ਹੀ ਯਾਦ ਆ ਜਾਂਦੇ ਨੇ ਕਿ ਇੰਨੀ ਬੁਰੀ ਤਰ੍ਹਾਂ ਪੰਜਾਬ ਬਲੂੰਦਰਾ ਗਿਆ। ਦੁਨੀਆ ਤਰੱਕੀ ਕਰ ਰਹੀ ਹੈਗੀ ਆ ਤੇ ਅਸੀਂ ਡਾਊਨਫਾਲ ਆ ਰਹੇ ਹੈਗੇ ਆ। ਪਿਛਲੀ ਵਾਰੀ ਮੈਂ ਮੈਂਸ਼ਨ ਕੀਤਾ ਸੀਗਾ ਕਿ ਸਾਡੀ ਇੰਡਸਟਰੀ ਤਾਂ ਜਿਹੜੀ ਹੈਗੀ ਉਹ ਤਾਂ ਤਬਾਹ ਹੋ ਹੀ ਗਈ ਹੈਗੀ ਆ। ਐਗਰੀਕਲਚਰ ਵੀ ਥੱਲੇ ਆ ਰਹੀ ਆ ਐਂਡ ਕਿਸੇ ਪ੍ਰਕਾਰ ਦੀ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਹੈਗੀ। ਰਾਦਰ ਇੱਕ ਨਫ਼ਰਤ ਭਰਪੂਰ ਵਾਤਾਵਰਨ ਪੰਜਾਬ ਦੇ ਵਿੱਚ ਫਿਰ ਜੜ੍ਹਾਂ ਜਮਾ ਰਿਹਾ ਹੈਗਾ ਆ। ਲੇਕਿਨ ਕੋਈ ਨਹੀਂ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਆਓ ਕਿਸੇ ਤਰੀਕੇ ਦੇ ਨਾਲ ਅੰਤਰ ਯਾਤਰਾ ਵੱਲ ਮੁੜੀਏ, ਆਪਣੇ ਮੂਲ ਨੂੰ ਪਹਿਚਾਣੀਏ, ਥੋੜ੍ਹੇ ਜਿਹੇ ਸਹਿਜ ਹੋਈਏ, ਸਪੌਂਟੇਨੀਅਸ ਹੋਈਏ, ਟੋਲਰੈਂਟ ਹੋਈਏ। ਇਹ ਗੁਣ ਨੇ ਧਾਰਮਿਕ ਵਿਅਕਤੀ ਦੇ ਕਿ ਤੇਰਾ ਭਾਣਾ ਮਿੱਠਾ ਲਾਗੇ ਜਿਹੜਾ ਕਹਿੰਦਾ ਹੈਗਾ, ਇਹਦੇ ਪਿੱਛੇ ਬਹੁਤ ਕੁਛ ਹੈ। ਬਾਕੀ ਰਹੀ ਗੱਲਬਾਤ ਕਿ ਜੇ ਹੁਣ ਤੋਂ ਲੈ ਲਈਏ, ਆਪਣਾ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਅਰੈਸਟ ਕੀਤਾ। ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਲਿਖਤੀ। ਗੁਰੂ ਨਾਨਕ ਦੇਵ ਜੀ ਇਨਲਾਈਟਨ ਵਿਅਕਤੀ ਸੀਗੇ। ਬਾਬਰ ਇੱਕ ਇਨਵੇਡਰ ਸੀ, ਇੱਕ ਰਾਜਾ ਸੀ, ਲੇਕਿਨ ਉਹਦੇ ਪਰਿਵਾਰ ਨੇ 250 ਸਾਲ ਰਾਜ ਕੀਤਾ। ਇੱਕ ਇਨਲਾਈਟਨ ਵਿਅਕਤੀ ਨੂੰ ਸਜ਼ਾ ਦੇਣ ਦਾ ਇਹ ਰਾਜਾ ਰੂਜਾਂ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ। 5ਵੀਂ ਪਾਤਸ਼ਾਹੀ ਨੂੰ ਸਜ਼ਾ ਦਿੱਤੀ, 9ਵੀਂ ਪਾਤਸ਼ਾਹੀ ਨੂੰ ਟੌਰਚਰ ਕੀਤਾ। ਸੋ ਇਹ ਸਿਲਸਿਲੇ ਜਿਹੜੇ ਨੇ ਹਕੂਮਤਾਂ ਦੇ, ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਹੁੰਦੀ ਹੈਗੀ ਆ। ਉਹਨਾਂ ਪਾਸੋਂ ਅਗਰ ਕੁਛ ਲੈਣਾ ਆ ਤਾਂ ਪਿਆਰ ਮੁਹੱਬਤ ਨਾਲ ਗਲਤ ਕਰਕੇ ਕੁਛ ਨਾ ਕੁਛ ਹੋ ਸਕਦਾ ਆ। ਲੇਕਿਨ ਇਹ ਜਿਹੜੀ ਕਨਫਰੰਟੇਸ਼ਨ ਹੈ,
ਕਨਫਰੰਟੇਸ਼ਨ ਤਾਂ ਹੰਕਾਰ ਪੂਰਤੀ ਹੈ, ਦੋਨੋਂ ਪਾਸੇ ਹੋ ਜਾਂਦੀ ਫਿਰ। ਦੋਨੋਂ ਪਾਸੇ ਹੋ ਰੂਲਰ ਕਹਿੰਦਾ ਮੇਰਾ ਆਪਣਾ ਹੰਕਾਰ ਹੈ, ਐਜੀਟੇਟਰ ਕਹਿੰਦਾ ਮੇਰਾ ਆਪਣਾ ਹੰਕਾਰ ਹੈ। ਇਹ ਨੁਕਤਾ ਅਗਰ ਸਮਝ ਆ ਜਾਵੇ, ਨੁਕਤਾ ਤਦ ਹੀ ਸਮਝ ਆਵੇਗਾ ਭਾਰਤ ਸਾਹਿਬ, ਜੇ ਆਪਾਂ ਹੌਲੀ ਹੌਲੀ ਧਰਮ ਵਾਲੇ ਪਾਸੇ ਚੱਲਾਂਗੇ, ਅਧਿਆਤਮ ਨੂੰ ਸਮਝਾਂਗੇ। ਇਹੀ ਸਮਝਾਂਗੇ ਕਿ ਜੀਵਨ ਸਰਲਤਾ ਕਿਵੇਂ ਪੈਦਾ ਹੋਵੇ, ਸਹਿਣਸ਼ੀਲਤਾ ਕਿਵੇਂ ਪੈਦਾ ਹੋਵੇ, ਸਹਿਜਤਾ ਕਿਵੇਂ ਪੈਦਾ ਹੋਵੇ। ਇਹਦੇ ਵਿੱਚੋਂ ਹੀ ਪਿਆਰ ਤੇ ਕਰੁਣਾ ਦਾ ਜਨਮ ਹੋਵੇਗਾ। ਬਹੁਤ ਅੱਛੀ ਡਾਕਟਰ ਸਾਹਿਬ ਤੁਸੀਂ ਗੱਲਾਂ ਕਹੀਆਂ। ਮੈਨੂੰ ਉਮੀਦ ਆ ਸਰਕਾਰ ਦੇ ਰਿਪਰੈਜ਼ੈਂਟੇਟਿਵ ਕੋਈ ਲੀਡਰ ਸਾਡੇ ਪ੍ਰੋਗਰਾਮ ਦੇਖਣਗੇ, ਉਹ ਵੀ ਐਪਰੀਸ਼ੀਏਟ ਕਰਨਗੇ। ਕਿਸਾਨ ਲੀਡਰ ਜਾਂ ਕਿਸਾਨੀ ਵਰਗ ਦੇ ਲੋਕੀ ਦੇਖਣਗੇ, ਉਹ ਵੀ ਗੱਲਾਂ ਐਪਰੀਸ਼ੀਏਟ ਕਰਨਗੇ। ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਇੱਕ ਵਾਰ ਫਿਰ ਮੇਰੇ ਇਸ ਪ੍ਰਣਾਮ ਨੂੰ ਧਿਆਨ ਦੇ ਨਾਲ ਸੁਣਨਾ। आप सबके भीतर स्वयं प्रकाशमान ज्योत को मेरा प्रणाम। थैंक यू सर, थैंक यू, थैंक यू।